ਸੋ ਬੱਚੋ, ਅੱਜ ਆਪਾਂ ਕਰਾਂਗੇ ਕਵੀ ਵਾਰਿਸ ਸ਼ਾਹ। ਵਾਰਿਸ ਸ਼ਾਹ ਦੇ ਜਨਮ ਬਾਰੇ ਕੋਈ ਪੱਕੀ ਤਰੀਕ ਨਿਸ਼ਚਿਤ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜਨਮ 1720 ਤੋਂ 1735 ਈਸਵੀ ਦੇ ਦਰਮਿਆਨ ਪੰਜਾਬ ਦੇ ਕਸਬੇ ਜੰਡਿਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਂ ਸ਼ਾਇਦ ਕੁਤਬ ਸ਼ਾਹ ਦੱਸਿਆ ਜਾਂਦਾ ਹੈ। ਉਸਨੇ ਮੁੱਢਲੀ ਵਿੱਦਿਆ ਕਸੂਰ ਤੋਂ ਹੀ ਪ੍ਰਾਪਤ ਕੀਤੀ। ਉਸ ਨੂੰ ਅਰਬੀ, ਫਾਰਸੀ, ਇਸਲਾਮੀ ਫਲਸਫੇ, ਤਿਥ ਯੋਗ, ਤਸੱਫੁਫ ਅਤੇ ਰਾਗ ਵਿੱਦਿਆ ਬਾਰੇ ਡੂੰਘੀ ਜਾਣਕਾਰੀ ਸੀ। ਉਸਨੇ ਇੱਕੋ ਇੱਕ ਰਚਨਾ ਹੀਰ ਲਿਖ ਕੇ ਪ੍ਰਸਿੱਧੀ ਤੇ ਨਾਮਣਾ ਖੱਟਿਆ ਹੈ। ਉਸਨੇ ਹੀਰ ਲਿਖ ਕੇ ਹੀਰ ਨੂੰ ਸਦਾ ਲਈ ਅਮਰ ਕਰ ਦਿੱਤਾ ਤੇ ਹੀਰ ਨੇ ਉਸਨੂੰ ਸਾਹਿਤ ਦੇ ਖੇਤਰ ਵਿੱਚ ਉਸ ਦਾ ਸਥਾਨ ਕਾਲੀਦਾਸ ਤੇ ਸ਼ੇਕਸਪੀਅਰ ਦੇ ਬਰਾਬਰ ਹੈ। ਹੀਰ ਵਾਰਿਸ ਵਿੱਚ ਉਸਨੇ ਕੇਵਲ ਹੀਰ ਤੇ ਰਾਂਝੇ ਦੇ ਇਸ਼ਕ ਦੀ ਦਾਸਤਾਨ ਹੀ ਬਿਆਨ ਨਹੀਂ ਕੀਤੀ, ਬਲਕਿ ਇਸ ਵਿੱਚ ਉਸ ਵੇਲੇ ਦੀ ਸਮਾਜਿਕ ਤੇ ਸੱਭਿਆਚਾਰਕ ਹਾਲਾਤ ਵੀ ਬੜੇ ਵਿਸਥਾਰ ਨਾਲ ਪੇਸ਼ ਕੀਤੇ ਹਨ। ਉਸ ਕੋਲ ਸ਼ਬਦਾਂ ਦਾ ਅਖੁੱਟ ਭੰਡਾਰ ਹੈ। ਵਿਸਥਾਰਮਈ ਵਰਣਨ ਉਸ ਦੀ ਵਿਲੱਖਣਤਾ ਹੈ। ਉਸ ਦੀ ਰਚਨਾ ਦੀਆਂ ਅਨੇਕਾਂ ਤੁਕਾਂ ਲੋਕ ਮੂੰਹਾਂ 'ਤੇ ਅਖਾਣ ਬਣ ਕੇ ਰਾਜ ਕਰ ਰਹੀਆਂ ਹਨ। ਜਿਵੇਂ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਇਹ ਵੀ ਕਿਹਾ ਜਾਂਦਾ ਹੈ ਕਿ ਵਾਰਿਸ ਨੂੰ ਕਿਸੇ ਭਾਗ ਭਰੀ ਨਾਂ ਦੀ ਮੁਟਿਆਰ ਨਾਲ ਇਸ਼ਕ ਹੋ ਗਿਆ ਸੀ, ਪਰ ਲੋਕਾਂ ਦੀ ਭੈੜੀ ਸੋਚ ਨੇ ਉਸ ਨੂੰ ਬਦਨਾਮ ਕਰ ਦਿੱਤਾ ਤੇ ਉਹ ਮਲਕਾ ਹਾਸ ਵਿਖੇ ਆ ਗਿਆ। ਇੱਥੇ ਹੀ ਉਹਨਾਂ ਨੇ ਨਿੱਜੀ ਪਿਆਰ ਤੇ ਬਿਰਹੋਂ ਦੀ ਚੀਸ ਨੂੰ ਸ਼ਬਦਾਂ ਰਾਹੀਂ ਬਿਆਨ ਕੀਤਾ। ਅੱਜ ਉਹ ਹੀਰ ਸਮੁੱਚੇ ਲੋਕ ਦਿਲਾਂ 'ਤੇ ਰਾਜ ਕਰ ਰਹੀ ਹੈ। ਕਿੱਸਾ ਹੀਰ ਰਾਂਝਾ ਦੇ 2-3 ਬੰਦ ਤੁਹਾਡੇ ਸਿਲੇਬਸ ਦੇ ਵਿੱਚ ਲੱਗੇ ਹੋਏ ਨੇ। ਪਹਿਲਾ ਹੈ ਬਈ, ਮਾਪੇ ਕਾਜੀ ਨੂੰ ਸੱਦ ਲਿਆਮਦੇ ਨੀ। ਅੱਜ ਆਪਾਂ ਇਸ ਦਾ ਸਰਲ ਅਰਥ ਕਰਾਂਗੇ। ਮਾਪੇ ਕਾਜੀ ਨੂੰ ਸੱਦ ਲਿਆਮਦੇ ਨੀ, ਇਹ ਕਿੱਸਾ ਹੀਰ ਰਾਂਝੇ ਦੇ ਵਿੱਚੋਂ ਲਈਆਂ ਗਈਆਂ ਕੁਛ ਤੁਕਾਂ ਹਨ। ਹੀਰ ਬੱਤ ਕੇ ਵੇਲਿਓਂ ਘਰ ਆਈ, ਮਾਓ ਬਾਪ ਕਾਜੀ ਸੱਦ ਲਿਆਮਦੇ ਨੀ। ਦੋਵੇਂ ਆਪ ਬੈਠੇ ਅਤੇ ਵਿੱਚ ਕਾਜੀ, ਅਤੇ ਸਾਹਮਣੇ ਹੀਰ ਬਹਾਮਦੇ ਨੀ। ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ, ਮਿੱਠੀ ਜਵਾ ਦੇ ਨਾਲ ਸਮਝਾਮਦੇ ਨੀ। ਚਾਕ ਚੋਬਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਮਦੇ ਨੀ। ਕਾਜੀ ਕੌਣ ਹੁੰਦਾ ਬਈ? ਇਸਲਾਮ ਧਰਮ ਦੇ ਧਾਰਮਿਕ ਤੇ ਸਮਾਜਿਕ ਜਿਹੜੇ ਝਗੜੇ ਨੇ ਜਾਂ ਕੋਈ ਵੀ ਗੱਲਬਾਤ ਹੈ, ਉਹਦਾ ਇਨਸਾਫ ਕਰਨ ਵਾਲਾ ਹੁੰਦਾ, ਉਹਨੂੰ ਕਾਜੀ ਕਹਿੰਦੇ ਆ। ਹੀਰ ਬੱਤ ਕੇ ਵੇਲਿਓਂ ਘਰ ਆਈ, ਬੱਤ ਕੇ ਦਾ ਮਤਲਬ ਹੁੰਦਾ ਵਾਪਸ ਮੁੜ ਕੇ, ਪਰਤ ਕੇ। ਹੀਰ ਵੇਲੇ ਦੇ ਵਿੱਚੋਂ ਪਰਤ ਕੇ ਘਰ ਆਉਂਦੀ ਹੈ। ਮਾਓ ਬਾਪ ਕਾਜੀ ਸੱਦ ਲਿਆਮਦੇ ਨੀ, ਤਾਂ ਉਸ ਵੇਲੇ ਉਸਦੇ ਮਾਪਿਆਂ ਨੇ ਕਾਜੀ ਨੂੰ ਘਰ ਬੁਲਾਇਆ ਹੁੰਦਾ ਹੈ ਤਾਂ ਜੋ ਹੀਰ ਨੂੰ ਉਹ ਕੁਝ ਸਮਝਾਵੇ। ਦੋਵੇਂ ਆਪ ਬੈਠੇ ਅਤੇ ਵਿੱਚ ਕਾਜੀ, ਅਤੇ ਸਾਹਮਣੇ ਹੀਰ ਬਹਾਮਦੇ ਨੀ। ਕਾਜੀ ਦੇ ਨਾਲ ਉਸਦੇ ਮਾਪੇ ਆਪ ਵੀ ਬੈਠ ਜਾਂਦੇ ਹਨ ਤੇ ਸਾਹਮਣੇ ਹੀਰ ਨੂੰ ਬਿਠਾ ਲੈਂਦੇ ਹਨ। ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ, ਮਿੱਠੀ ਜਵਾ ਦੇ ਨਾਲ ਸਮਝਾਉਂਦੇ ਨੀ। ਮੱਤ ਕੀ ਹੁੰਦੀ ਹੈ ਬੇਟੇ? ਅਕਲ, ਸਿੱਖਿਆ। ਜਵਾ ਕੀ ਹੁੰਦੀ ਹੈ? ਜਵਾਨ। ਕਾਜੀ ਬੜੀ ਨਿਮਰਤਾ ਦੇ ਨਾਲ ਸਮਝਾਉਂਦਾ ਹੋਇਆ ਹੀਰ ਨੂੰ ਕਹਿੰਦਾ ਹੈ ਕਿ ਹੇ ਪਿਆਰੀ ਬੱਚੀਏ, ਅਸੀਂ ਤੈਨੂੰ ਤੇਰੇ ਭਲੇ ਦੀ ਅਕਲ ਦੇ ਰਹੇ ਹਾਂ ਤੇ ਬੜੇ ਪਿਆਰ ਤੇ ਮਿਠਾਸ ਨਾਲ ਤੈਨੂੰ ਸਮਝਾਉਂਦੇ ਹਾਂ। ਚਾਕ ਚੋਬਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਮਦੇ ਨੀ। ਉਹਨਾਂ ਨਾਲ ਕਿਸੇ ਜਵਾਨ ਲੜਕੀ ਨੂੰ ਕੋਈ ਨੇੜਤਾ ਨਹੀਂ ਬਣਾਉਣੀ ਚਾਹੀਦੀ। ਨੌਕਰਾਂ ਚਾਕਰਾਂ ਨਾਲ ਜਵਾਨ ਕੁੜੀਆਂ ਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਇਹਨਾਂ ਦੇ ਥਾਂ ਟਿਕਾਣੇ ਜਾਂ ਪਰਿਵਾਰ ਬਾਰੇ ਕੁਝ ਅਤਾ ਪਤਾ ਨਹੀਂ ਹੁੰਦਾ। ਇਹ ਮਿਹਨਤ ਮਜ਼ਦੂਰੀ ਕਰਨ ਲਈ ਇੱਥੇ ਆਏ ਹੋਏ ਹਨ, ਇਸ ਲਈ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਦੂਸਰਾ ਪੈਰਾ, ਚਰਖਾ ਡਾਹ ਕੇ ਆਪਣੇ ਘਰੀ ਬਈਏ, ਸੁਗੜ ਗਾਉ ਕੇ ਜੀ ਪਰਚਾਮਦੇ ਨੀ। ਲਾਲ ਡਾਹ ਕੇ ਚਰਖੜਾ ਛੋਪ ਪਾਈਏ,
ਕਹੇ ਸੋਹਣੇ ਗੀਤ ਚਨਾਵਦੇ ਨੀ। ਨੀਵੀਂ ਨਜ਼ਰ ਹਿਉ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫਰਮਾਉਂਦੇ ਨੀ। ਚੂਚਕ ਸਿਆਲ ਹੋਰੀ ਹੀਰੇ ਜਾਣਨੀ ਹੈ, ਸਰਦਾਰ ਨੇ 5 ਗ੍ਰਾਮ ਦੇ ਨੀ। ਇਹਨਾਂ ਕਾਵ ਸਤਰਾਂ ਦੇ ਵਿੱਚ ਕਾਜੀ ਹੀਰ ਨੂੰ ਸਮਝਾਉਂਦਾ ਹੋਇਆ ਕਹਿੰਦਾ ਹੈ ਕਿ ਘਰ ਦੀਆਂ ਜਵਾਨ ਕੁੜੀਆਂ ਚਰਖਾ ਡਾ ਕੇ ਘਰਾਂ ਦੇ ਵਿੱਚ ਚਰਖਾ ਕੱਤਣਾ ਚਾਹੀਦਾ ਹੈ, ਗੀਤ ਗਾ ਕੇ ਮਨ ਪਰਚਾਵਾ ਕਰ ਲੈਣਾ ਚਾਹੀਦਾ ਹੈ। ਕੁੜੀਆਂ ਨਾਲ ਰਲ ਮਿਲ ਕੇ ਸ਼ੋਭ ਪਾਉਣੀ ਚਾਹੀਦੀ ਹੈ ਅਤੇ ਝਨਾ ਦਰਿਆ ਭਾਵ ਪੰਜਾਬ ਦੇ ਸੋਹਣੇ ਲੋਕ ਗੀਤ ਗਾਉਣੇ ਚਾਹੀਦੇ ਹਨ। ਇਸ ਲਈ ਨੀਵੀਂ ਨਜ਼ਰ ਹਿਉ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫਰਮਾਉਂਦੇ ਨੇ। ਤੈਨੂੰ ਸਾਰੇ ਸਿਆਣੇ ਸਮਝਦਾਰ ਤੇਰੇ ਤੋਂ ਵੱਡੇ ਬੜੇ ਪਿਆਰ ਦੇ ਨਾਲ ਤੈਨੂੰ ਸਮਝਾਉਂਦੇ ਹਨ ਕਿ ਨਜ਼ਰਾਂ ਵਿੱਚ ਸ਼ਰਮ ਹਿਆ ਰੱਖ ਕੇ ਨਜ਼ਰਾਂ ਝੁਕਾ ਕੇ ਰਹਿਣਾ ਚਾਹੀਦਾ ਹੈ। ਫਿਰ ਕਾਜੀ ਉਸ ਨੂੰ ਸਵਾਲੀਏ ਲਹਿਜੇ ਨਾਲ ਪੁੱਛਦਾ ਹੈ। ਕੀ ਪ੍ਰਸ਼ਨ ਪੁੱਛਦਾ ਹੈ ਵੇ? ਚੂਚਕ ਸਿਆਲ ਹੋਰੀ ਹੀਰੇ ਜਾਣਨੀ ਹੈ, ਸਰਦਾਰ ਨੇ 5 ਗ੍ਰਾਮ ਦੇ ਨੀ। ਕੀ ਤੂੰ ਨਹੀਂ ਜਾਣਦੀ ਕਿ ਤੇਰੇ ਪਿਤਾ ਚੂਚਕ ਸਿਆਲ 5 ਪਿੰਡਾਂ ਦਾ ਵੱਡਾ ਸਰਦਾਰ ਹੈ, ਭਾਵ ਉਸ ਦਾ ਬੜਾ ਮਾਣ ਇੱਜ਼ਤ ਹੈ ਅਤੇ ਚੰਗੀ ਹੈਸੀਅਤ ਵਾਲਾ ਹੈ, ਅਮੀਰ ਜਗੀਰਦਾਰ ਹੈ, ਉਸ ਦੀ 5 ਪਿੰਡਾਂ ਦੇ ਵਿੱਚ ਪੁੱਛ ਗਿੱਛ ਹੈ। ਕੀ ਤੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਤੇਰਾ ਅਜਿਹਾ ਕੁਝ ਕਰਨ ਦੇ ਨਾਲ, ਕਿਸੇ ਚਾਕ ਦੇ ਨਾਲ ਪ੍ਰੇਮ ਸੰਬੰਧ ਪਾਉਣ ਨਾਲ ਉਸ ਦੀ ਆਪਣੇ ਇਲਾਕੇ ਵਿੱਚ ਕਿੰਨੀ ਬੇਇੱਜ਼ਤੀ ਹੋ ਜਾਵੇਗੀ? ਤੈਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਤੀਸਰਾ ਪੈਰਾ ਸ਼ਰਮ ਮਾਪਿਆਂ ਦੀ ਵੱਲ ਧਿਆਨ ਧਰੀਏ, ਸ਼ਾਨਦਾਰ ਏ ਜੱਟ ਝਨਾਵਦੇ ਨੀ। ਬਾਹਰ ਫਿਰਨ ਨਾ ਸਹੁੰਦਾ ਜੱਟੀਆਂ ਨੂੰ, ਅੱਜ ਕੱਲ੍ਹ ਲਾਗੀ ਘਰ ਆਮਦੇ ਨੀ। ਇੱਥੇ ਵਿਆਹ ਦੇ ਵੱਡੇ ਸਮਾਨ ਹੁੰਦੇ, ਉੱਥੇ ਖੇੜੇ ਬਣਾਉਂਦੇ ਨੀ। ਬਾਰਿਸ਼ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਜੋੜ ਕੇ ਜੰਝ ਲਿਆਉਂਦੇ ਨੇ। ਇਸ ਪੈਰੇ ਦੇ ਵਿੱਚ ਕਾਜੀ ਹੀਰ ਨੂੰ ਸਮਝਾਉਂਦਾ ਹੋਇਆ ਕਹਿੰਦਾ ਹੈ, ਸ਼ਰਮ ਮਾਪਿਆਂ ਦੀ ਵੱਲ ਧਿਆਨ ਧਰੀਏ, ਸ਼ਾਨਦਾਰ ਏ ਜੱਟ ਝਨਾਵਦੇ ਨੀ। ਕਿ ਤੈਨੂੰ ਆਪਣੇ ਮਾਪਿਆਂ ਦੀ ਇੱਜ਼ਤ ਵੱਲ ਵੀ ਧਿਆਨ ਰੱਖਣਾ ਚਾਹੀਦਾ ਹੈ। ਤੇਰੇ ਮਾਪੇ ਇਸ ਇਲਾਕੇ ਦੇ ਕਹਿੰਦੇ ਕਹਾਉਂਦੇ ਅਮੀਰ ਜਗੀਰਦਾਰ ਹਨ। ਬਾਹਰ ਫਿਰਨ ਨਾ ਸਹੁੰਦਾ ਜੱਟੀਆਂ ਨੂੰ, ਅੱਜ ਕੱਲ੍ਹ ਲਾਗੀ ਘਰ ਆਮਦੇ ਨੀ। ਲਾਗੀ ਕੌਣ ਹੁੰਦੇ ਨੇ ਬੇਟੇ? ਵਿਆਹ ਸ਼ਾਦੀ ਦੇ ਵਿੱਚ ਕੰਮ ਕਰਨ ਵਾਲੇ ਲੋਕ। ਕਵੀ ਕਹਿੰਦਾ ਹੈ ਕਿ ਇੰਨੇ ਵੱਡੇ ਘਰ ਦੀਆਂ ਜੱਟੀਆਂ ਨੂੰ ਬਾਹਰ ਫਿਰਨਾ ਸ਼ੋਭਾ ਨਹੀਂ ਦਿੰਦਾ, ਕਿਉਂਕਿ ਹੁਣ ਉਹ ਜਵਾਨ ਹੋ ਗਈ ਹੈ, ਵਿਆਹ ਦੇ ਯੋਗ ਹੈ, ਕਿਸੇ ਦੀ ਮੰਗੇਤਰ ਵੀ ਹੈ ਅਤੇ ਉਸਦੇ ਘਰ ਵਿੱਚ ਵਿਆਹ ਦੇ ਕੰਮ ਕਰਨ ਦੇ ਲਈ ਲਾਗੀ ਵੀ ਆਉਣ ਲੱਗ ਪਏ ਹਨ। ਇੱਥੇ ਵਿਆਹ ਦੇ ਵੱਡੇ ਸਮਾਨ ਹੁੰਦੇ, ਉੱਥੇ ਖੇੜੇ ਬਣਾਉਂਦੇ ਨੇ। ਕਵੀ ਕਹਿੰਦਾ ਹੈ ਕਿ ਤੇਰੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਵੱਡੇ ਘਰਾਂ ਦੇ ਵਿਆਹ ਵੀ ਗੱਜ ਵੱਜ ਕੇ ਕੀਤੇ ਜਾਂਦੇ ਹਨ, ਇੱਥੇ ਵੀ ਸ਼ਾਨਦਾਰ ਤਿਆਰੀਆਂ ਹੋ ਰਹੀਆਂ ਹਨ। ਉੱਧਰ ਖੇੜੇ ਪਿੰਡ ਹੀਰ ਨੇ ਵਿਆਹ ਕੇ ਜਾਣਾ ਹੈ। ਹੀਰ ਦਾ ਸਹੁਰਿਆਂ ਦਾ ਪਿੰਡ ਖੇੜਾ ਸੀ, ਉੱਥੇ ਖੇੜਿਆਂ ਦੇ ਘਰ ਵੀ ਵਧੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਾਰਿਸ਼ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਜੋੜ ਕੇ ਜੰਝ ਲਿਆਉਂਦੇ ਨੇ। ਕਵੀ ਬਾਰਿਸ਼ ਸ਼ਾਹ ਕਹਿੰਦਾ ਹੈ ਕਿ ਹੁਣ ਥੋੜ੍ਹੇ ਦਿਨਾਂ ਦੇ ਵਿੱਚ ਹੀ ਖੇੜਿਆਂ ਨੇ ਬਰਾਤ ਲੈ ਕੇ ਆਉਣਾ ਹੈ, ਇਸ ਲਈ ਹੀਰ ਨੂੰ ਇਹ ਸਭ ਗੱਲਾਂ ਧਿਆਨ ਵਿੱਚ ਰੱਖਦੇ ਹੋਏ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਧੰਨਵਾਦ।